ਗਰੁੱਪ ਅੰਦਰ ਇਹ ਜੋ ਬਜ਼ੁਰਗ ਗੁਰਮੁਖ ਪਿਆਰੇ ਦੀ ਵੀਡੀਓ ਰਿਕਾਰਡਿੰਗ ਪਾਈ ਹੈ ਨਾ, ਇਹਨੂੰ ਸੁਣ ਕੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਹਾਂ ਕਿ ਜਿਨ੍ਹਾਂ ਨੂੰ ਤੁਸੀਂ ਵੱਡੇ ਵੱਡੇ ਪ੍ਰਚਾਰਕ ਕਹਿੰਦੇ ਹੋ, ਜਿਹੜੇ ਬਹੁਤ ਮਸ਼ਹੂਰ ਹਨ, ਸਾਧੂ ਮਹਾਤਮਾ ਵੀ, ਉਹਨਾਂ ਨਾਲੋਂ ਵੀ ਇਹ ਬਹੁਤ ਸਹੀ ਕਹਿ ਰਹੇ ਹਨ। ਸਪਸ਼ਟ ਵਾਸਤਵਿਕਤਾ ਦੇ ਬਹੁਤ ਨੇੜੇ ਹੈ। ਪਰ ਫਿਰ ਵੀ ਇਹ ਕਿਸੇ ਨੂੰ ਮੁਕਤ ਨਹੀਂ ਕਰ ਸਕਦੇ ਹਨ। ਤੇ ਜਿਹੜੇ ਮੁਕਤੀ ਦੇ ਦਾਤੇ ਹਨ ਸਤਿਗੁਰੂ, ਉਹ ਪਹਿਲਾਂ ਇਹ ਗੱਲ ਕਰਦੇ ਹਨ ਜਿਹੜੀ ਇਹ ਨਹੀਂ ਕਰ ਰਹੇ ਹਨ। ਹੁਣ ਇਹਨਾਂ ਨੂੰ ਇਹ ਮਾਈ ਪੁੱਛ ਰਹੀ ਹੈ ਵੀ ਮੈਂ ਪਰਮਾਤਮਾ ਨੂੰ ਪਾਉਣਾ ਚਾਹੁੰਦੀ ਹਾਂ। ਤੇ ਉਹਨੂੰ ਇਹ ਨਹੀਂ ਕਹਿ ਰਹੇ ਹਨ ਜਾਂ ਪੁੱਛ ਰਹੇ ਹਨ ਵੀ ਤੂੰ ਪਰਮਾਤਮਾ ਨੂੰ ਤੇ ਪਾਉਣਾ ਚਾਹੁੰਦੀ ਹਾਂ, ਸੱਤ ਨੂੰ ਪਾਉਣਾ ਚਾਹੁੰਦੀ, ਅਸੱਤ ਨੂੰ ਛੱਡਣਾ ਚਾਹੁੰਦੀ ਹੈ, ਛੱਡਣ ਨੂੰ ਤਿਆਰ ਹੈ। ਤੂੰ ਮੁਕਤ ਹੋਣਾ ਚਾਹੁੰਦੀ ਹਾਂ, ਠੀਕ ਹੈ, ਸੁਤੰਤਰਤਾ ਦੀ ਆਕਾਂକ୍ଷା ਹੈ, ਹਰ ਇੱਕ ਨੂੰ ਹੀ ਹੈ। ਪਰ ਜਿਹਦੇ ਤੂੰ ਸੁਤੰਤਰ ਹੋਣਾ ਹੈ, ਪਹਿਲਾਂ ਉਹਨੂੰ ਛੱਡਣ ਨੂੰ ਤਿਆਰ ਹੋ। ਮੁਕਤੀ ਦੀ ਆਕਾਂକ୍ଷା ਹੈ, ਠੀਕ ਹੈ, ਪਰ ਜਿਹਦੇ ਤੂੰ ਮੁਕਤ ਹੋਣਾ ਹੈ, ਸੰਸਾਰ 'ਚੋਂ ਮੁਕਤ ਹੋਣਾ ਹੈ ਨਾ, ਸੰਸਾਰ ਤੋਂ ਮੁਕਤ ਹੋਣਾ ਹੈ, ਉਹਦੇ ਤੋਂ ਮੁਕਤ ਹੋਣ ਨੂੰ ਤਿਆਰ ਹੋ। ਜਿਵੇਂ ਕੋਈ ਜੇਲ੍ਹ 'ਚੋਂ ਮੁਕਤ ਹੋਣਾ ਚਾਹੁੰਦਾ ਹੈ, ਤੁਹਾਨੂੰ ਪੁੱਛਿਆ ਜਾਵੇਗਾ ਤੂੰ ਜੇਲ੍ਹ ਤੋਂ ਬਾਹਰ ਆਉਣ ਨੂੰ ਤਿਆਰ ਹੈ, ਮੁਕਤ ਹੋਣ, ਤਾਂ ਹੀ ਮੁਕਤ ਹੋਵੇਗਾ ਨਾ। ਤੇ ਪਹਿਲਾ ਇਹ ਮੌਲਿਕ ਸਵਾਲ ਹੁੰਦਾ ਹੈ, ਜਿਹੜਾ ਕੋਈ ਜਗਿਆਸੂ ਜਾਂ ਸਾਧਕ ਆਉਂਦਾ ਹੈ ਉਹਦੇ ਵਾਸਤੇ। ਤੇ ਜਿਹੜਾ ਜਾਗਰਤ ਪੁਰਸ਼ ਹੈ, ਸਤਿਗੁਰੂ ਹੈ ਕਹਿ ਲਈਏ, ਉਹ ਪਹਿਲਾਂ ਜਗਿਆਸੂ ਨੂੰ, ਸਾਧਕ ਨੂੰ ਇਹ ਪੁੱਛਦਾ ਹੈ। ਪਰ ਉਹਨਾਂ ਕੋਲ ਜਿਹੜੇ ਬੈਠ ਕੇ ਸੁਣ ਰਹੇ ਹਨ, ਉਹਨਾਂ ਦੇ ਟੈਲੀਫੋਨ ਵੱਜ ਰਹੇ ਹਨ। ਟੈਲੀਫੋਨਾਂ ਦੇ ਵਿੱਚ ਗੱਲਾਂ ਬਾਤਾਂ ਇਹ ਕਰ ਰਹੇ ਹਨ ਇੱਧਰ ਉੱਧਰ ਦੀਆਂ, ਉਹਨਾਂ ਦੀ ਗੱਲ ਵੀ ਧਿਆਨ ਨਾਲ ਨਹੀਂ ਸੁਣ ਰਹੇ ਹਨ। ਧਿਆਨ ਨਾਲ ਕਿਉਂ ਨਹੀਂ ਸੁਣ ਰਹੇ ਹਨ? ਕਿਹਾ ਹੈ ਨਾ, ਮਾਇਆ ਧਾਰੀ ਅਤ ਅੰਨਾ ਬੋਲ, ਬੋਲ ਨਾ ਸੁਣੇ ਅਤ ਰੋਲ ਕਚੋਲਾ। ਮਾਇਆ ਧਾਰੀ ਦਾ ਕੀ ਅਰਥ ਹੁੰਦਾ ਹੈ? ਮਾਇਆ ਮਮਤਾ, ਮੋਹਣੀ, ਮਮਤਾ ਹੈ ਨਾ ਮਾਇਆ, ਮਮ ਮੇਰੇ। ਹੁਣ ਧਿਆਨ ਤੇ ਮੇਰਿਆਂ ਦੇ ਵਿੱਚ ਲੱਗਾ ਹੋਇਆ ਹੈ। ਵੀ ਬੱਚੇ ਨੂੰ ਸਕੂਲੋਂ ਛੁੱਟੀ ਹੋਣ ਵਾਲੀ ਹੈ, ਉਹਨੂੰ ਲੈ ਕੇ ਆਉਣਾ ਹੈ, ਧਿਆਨ ਉਹਦੇ ਵਿੱਚ ਹੈ, ਖਿਆਲ ਉੱਧਰ ਹੈ। ਤੇ ਇਹ ਜੋ ਕਹਿ ਰਹੇ ਹਨ ਉਹ ਸੁਣਾਈ ਕਿਵੇਂ ਦੇਵੇਗਾ? ਇਵੇਂ ਹੀ ਲੋਕ ਸੁਣ ਰਹੇ ਹਨ, ਇਸ ਕਰਕੇ ਨਹੀਂ ਨਾ ਅਸਰ ਹੋ ਰਿਹਾ ਹੈ।
ਜਿੰਨੇ ਮੁਕਤ ਹੋਣਾ ਹੈ ਪਹਿਲਾਂ ਉਹਨੂੰ ਮਾਇਆ ਮੋਹ ਤੋਂ ਮੁਕਤ ਹੋਣ ਵਾਸਤੇ ਕਿਹਾ ਜਾਂਦਾ ਹੈ। ਤੇ ਜਿੰਨਾ ਚਿਰ ਥੋੜ੍ਹਾ ਜਿਹਾ ਮਾਇਆ ਮੋਹ ਤੋਂ ਮੁਕਤ ਨਹੀਂ ਹੋਵੇਗਾ ਕੋਈ, ਉਹਨਾਂ ਚਿਰ ਸੁਣੇਗਾ ਵੀ ਨਹੀਂ ਜੋ ਸਤਿਪੁਰਖ ਕਹਿ ਰਹੇ ਆ। ਤੇ ਸੁਣ ਥੋੜ੍ਹੀ ਕੋਈ ਰਿਹਾ ਹੈ, ਦੇਖ ਰਹੇ ਹਨ, ਸੁਣ ਰਹੇ ਹਨ ਲੋਕ। ਇੱਕ ਕੰਨ ਤੋਂ ਸੁਣਦੇ ਹਨ, ਦੂਸਰੇ ਥਾਣੀ ਕੱਢ ਦਿੰਦੇ, ਕਿਉਂਕਿ ਅੰਦਰ ਤੇ ਮਾਇਆ ਮੋਹ ਦੇ ਵਿਚਾਰ ਚੱਲ ਰਹੇ ਹਨ। ਤੇ ਪਹਿਲਾਂ ਸਤਿਗੁਰੂ ਮਾਇਆ ਮੋਹ ਤੋਂ ਮੁਕਤ ਹੋਣ ਵਾਸਤੇ ਕਹਿੰਦਾ ਹੈ ਤਾਂ ਕਿ ਤੁਸੀਂ ਸੁਣ ਸਕੋ। ਉਹ ਜੰਜੀਰਾਂ ਤੋੜਦਾ ਹੈ, ਉਹ ਬੰਧਨ ਕੱਟਦਾ ਹੈ। ਕਿਹਾ ਵੀ ਹੈ ਨਾ ਐਸਾ, ਸਤਿਗੁਰ ਮੇਰਾ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਦੇਖੋ, ਵਿਕਾਰਾਂ ਤੋਂ ਉਹਨਾਂ ਚਿਰ ਮਨ ਨਹੀਂ ਹਟ ਸਕਦਾ ਹੈ ਜਿੰਨਾ ਚਿਰ ਬੰਧਨ ਨਾ ਕੱਟੇ ਜਾਣ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਹੁਣ ਧਾਰਮਿਕ ਲੋਕ ਬੜਾ ਪ੍ਰਚਾਰ ਕਰਦੇ ਹਨ, ਵਿਕਾਰ ਛੱਡੋ, ਪਰ ਵਿਕਾਰ ਛੁੱਟਦੇ ਨਹੀਂ ਹਨ, ਕਿਉਂਕਿ ਵਿਕਾਰ ਪੈਦਾ ਹੋ ਰਹੇ ਹਨ ਬੰਧਨ ਕਰਕੇ, ਅਤੇ ਬੰਧਨਾਂ ਤੋਂ ਛੱਡਣ ਵਾਸਤੇ ਉਹ ਕਹਿ ਨਹੀਂ ਰਹੇ ਹਨ। ਅਤੇ ਬੰਧਨ ਕੀ ਹੈ? ਮੋਹ ਦਾ, ਲੋਭ ਦਾ, ਕਾਮਨਾ ਦਾ, ਤ੍ਰਿਸ਼ਨਾ ਦਾ, ਵਾਸ਼ਨਾ। ਇਸੇ ਕਰਕੇ ਜਾ ਰਹੀ ਹੈ ਨਾ ਸੁਰਤ ਬਾਹਰ। ਬੰਧਨ ਦਾ ਅਰਥ ਹੁੰਦਾ ਹੈ ਜਿਹਦੇ ਦੁਆਰਾ ਤੁਹਾਡਾ ਧਿਆਨ ਬੰਧ ਜਾਵੇ, ਤੁਹਾਡੀ ਸੁਰਤ ਬੰਧ ਜਾਵੇ। ਹੁਣ ਸੁਰਤ ਤੇ ਬਾਹਰ ਬੰਧੀ ਹੋਈ ਹੈ, ਬੱਚਿਆਂ ਨਾਲ, ਪਰਿਵਾਰ ਨਾਲ, ਕਿਸੇ ਦੀ ਘਰ ਨਾਲ, ਕਿਸੇ ਦੀ ਕਾਰੋਬਾਰ ਨਾਲ, ਧੰਦਿਆਂ ਨਾਲ, ਜਾਂ ਕਿਸੇ ਦੇ ਆਪਣੀ ਵਿਚਾਰਧਾਰਾ ਨਾਲ ਹੀ ਬੱਧੀ ਹੋਈ ਹੈ, ਸੋਚ ਨਾਲ ਵੀ ਕਈਆਂ ਦੀ ਬੱਧੀ ਹੋਈ। ਮੇਰੇ ਵਰਗਾ ਸਮਝਦਾਰ ਨਹੀਂ, ਉਹ ਗਿਆਨ ਦੇ ਨਾਲ ਵੀ ਵੱਧ ਜਾਂਦੀ। ਅਤੇ ਸੁਰਤ ਬਾਹਰ ਬੰਧੀ ਹੋਈ ਹੈ, ਬੰਧਨ ਵਿੱਚ ਹੈ। ਅਤੇ ਸੁਰਤ ਅੰਦਰ ਕਿਵੇਂ ਜੁੜੂਗੀ? ਅਤੇ ਬਾਹਰੋਂ ਪਹਿਲਾਂ ਟੁੱਟੂਗੀ ਸੁਰਤ, ਤਾਂ ਹੀ ਅੰਦਰ ਜੁੜੂਗੀ ਨਾ। ਅਤੇ ਬਾਹਰ ਜੁੜਨ ਕਰਕੇ ਵਿਚਾਰਧਾਰਾ ਚੱਲ ਰਹੀ ਹੈ। ਅਤੇ ਅਗਰ ਨਿਰਵਿਚਾਰ ਹੋਣ ਵਾਸਤੇ ਵੀ ਕਹਿ ਰਹੇ ਹਨ, ਅਤੇ ਤਾਂ ਹੀ ਕੋਈ ਨਿਰਵਿਚਾਰ ਹੋਵੇਗਾ ਨਾ, ਸਹਿਜ ਹੋਵੇਗਾ। ਫਿਰ ਕੋਈ ਜ਼ਬਰਦਸਤੀ ਨਿਰਵਿਚਾਰ ਨਹੀਂ ਹੋ ਸਕਦਾ ਹੈ। ਧਿਆਨ ਲਾਉਣ ਵਾਲੇ ਬੜੀ ਕੋਸ਼ਿਸ਼ ਕਰਦੇ ਹਨ, ਸਿਮਰਨ ਕਰਨ ਵਾਲੇ, ਵੀ ਇਹ ਨਿਰਵਿਚਾਰ ਹੋਣਾ ਹੈ, ਪਰ ਕੋਸ਼ਿਸ਼ ਦੁਆਰਾ ਨਹੀਂ ਹੁੰਦਾ ਹੈ ਨਿਰਵਿਚਾਰ। ਪਹਿਲਾਂ ਬਾਹਰੋਂ ਬੰਧਨ ਕੱਟੇ ਜਾਂਦੇ ਹਨ। ਬੰਧਨ ਕਾਟ ਮੁਕਤ ਗੁਰ ਕੀਨਾ, ਪਹਿਲਾਂ ਬਾਹਰੋਂ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ। ਅਤੇ ਸਤਿਗੁਰੂ ਪਹਿਲਾਂ ਬਾਹਰੋਂ ਬੰਧਨ ਤੋਂ ਛੁਡਾਉਂਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰਿਆਂ ਨੂੰ ਛੁਡਾਇਆ ਸੀ, ਫਿਰ ਅੰਮ੍ਰਿਤ ਦਿੱਤਾ ਸੀ ਨਾ। ਫਿਰ ਮੈਂ ਦੂਸਰੀ ਗੱਲ ਵੀ ਕਹਿ ਦਿੰਦਾ ਹਾਂ ਕਿ ਗੁਰੂ ਅੰਮ੍ਰਿਤ ਨਹੀਂ ਦਿੰਦਾ ਹੈ, ਅੰਮ੍ਰਿਤ ਤੇ ਤੁਹਾਡੇ ਅੰਦਰ ਹੀ ਹੈ। ਹੁਣ ਜਿਵੇਂ ਕੱਲ੍ਹ ਇੱਕ ਸ਼ਬਦ ਦੀਆਂ ਤੁਕਾਂ ਪੜ੍ਹੀਆਂ ਸਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਉਪਦੇਸ਼ ਸਿੱਖ ਵੱਲੋਂ ਹੈ। ਬਹੁਤ ਸਾਰੇ ਉਪਦੇਸ਼ ਸਿੱਖਾਂ ਵੱਲੋਂ ਹਨ। ਗੁਰੂ ਵੱਲੋਂ ਉਪਦੇਸ਼ ਹੈ, ਨਾਨਕ ਅੰਮ੍ਰਿਤ ਏਕ ਹੈ, ਹੋਰ ਦੂਜਾ ਅੰਮ੍ਰਿਤ ਨਾਹੀਂ। ਨਾਨਕ ਅੰਮ੍ਰਿਤ ਮਨੇ ਮਾਹੇ, ਗੁਰ ਪ੍ਰਸਾਦੀ ਪਾਈ। ਉਹ ਅੰਮ੍ਰਿਤ ਤੁਹਾਡੇ ਅੰਦਰ ਹੀ ਹੈ, ਪਰ ਮਿਲਦਾ ਗੁਰ ਕਿਰਪਾ ਦੁਆਰਾ ਹੈ। ਹੁਣ ਤੁਸੀਂ ਪੁੱਛੋਗੇ ਵੀ ਜਦੋਂ ਸਾਡੇ ਅੰਦਰ ਉਹ ਅੰਮ੍ਰਿਤ ਹੈ, ਉਹ ਅੰਮ੍ਰਿਤ ਦਾ ਖਜ਼ਾਨਾ ਹੈ,
ਵੀ ਬਾਹਰੋਂ ਗੁਰੂ ਦੁਆਰਾ ਕਿਉਂ ਮਿਲਦਾ ਹੈ, ਐਸਾ ਕਿਉਂ ਕਿਹਾ ਹੈ? ਵੀ ਅਗਰ ਸਾਡੇ ਅੰਦਰ ਹੀ ਹੈ ਤੇ ਅਸੀਂ ਅੰਦਰ ਜਾਣਾ ਹੈ ਤੇ ਅਸੀਂ ਖੋਜ ਲਵਾਂਗੇ ਅੰਦਰ ਹੀ ਜਾ ਕੇ। ਕਈ ਇਉਂ ਸੋਚਦੇ ਹਨ ਵੀ ਦੂਸਰੇ ਦੀ ਲੋੜ ਕਿਉਂ ਹੈ, ਜੋ ਸਾਡੇ ਅੰਦਰ ਹੀ ਹੈ ਖਜ਼ਾਨਾ, ਤਾਂ ਅਸੀਂ ਆਪ ਹੀ ਜਾ ਕੇ ਖੋਜ ਲਵਾਂਗੇ। ਅਤੇ ਕਈ ਕੋਸ਼ਿਸ਼ ਵੀ ਕਰਦੇ ਹਨ, ਪਰ ਕੋਸ਼ਿਸ਼ ਦੁਆਰਾ ਉਹ ਮਿਲਦਾ ਨਹੀਂ ਹੈ। ਕੋਸ਼ਿਸ਼ ਦੁਆਰਾ ਅਹਮ ਭਾਵ ਮਜ਼ਬੂਤ ਹੁੰਦਾ ਹੈ, ਅਤੇ ਕੋਸ਼ਿਸ਼ ਦੁਆਰਾ ਜੋ ਪਾਉਣ ਦੀ ਵਾਸ਼ਨਾ ਹੈ ਨਾ, ਉਹ ਜਾਰੀ ਰਹਿੰਦੀ ਹੈ, ਅਤੇ ਉਹ ਵਾਸ਼ਨਾ ਕਰਕੇ ਨਹੀਂ ਮਿਲਦਾ। ਦਰਅਸਲ ਅੰਮ੍ਰਿਤ ਦੀ ਇੱਛਾ ਜਾਂ ਸੁਤੰਤਰਤਾ ਦੀ ਚਾਹਤ ਹਰ ਇੱਕ ਦੇ ਅੰਦਰ ਹੈ, ਪਰ ਸੰਸਾਰੀ ਬਾਹਰ ਸੰਸਾਰ 'ਚ ਖੋਜਦਾ ਹੈ ਵੀ ਮੈਂ ਅਮਰ ਹੋ ਜਾਵਾਂ, ਬਹੁਤ ਜ਼ਿਆਦਾ ਧਨ ਹੋਵੇਗਾ ਅਤੇ ਮੈਂ ਛੇਤੀ ਮਰੂੰਗਾ ਨਹੀਂ, ਸੁੱਖ ਸੁਵਿਧਾ ਹੋਊਗੀ, ਤੋ ਅਮਰ ਹੋਣ ਦੀ ਆਕਾਂਸ਼ਾ ਹੈ। ਅਤੇ ਜ਼ਿਆਦਾ ਧਨ ਹੋਊਗਾ, ਜ਼ਿਆਦਾ ਤਾਕਤ ਹੋਊਗੀ ਅਤੇ ਮੈਂ ਸੁਤੰਤਰ ਹੋਊਂਗਾ। ਤੋ ਸਾਰੀ ਜ਼ਿੰਦਗੀ ਸੁਤੰਤਰ ਹੋਣ ਦੀ ਅਤੇ ਅਮਰ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਪਰ ਅਗਰ ਉਹਨੂੰ ਫਿਰ ਬੁਢਾਪੇ 'ਚ ਜਾ ਕੇ ਖਿਆਲ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਵੀ ਸੰਸਾਰ 'ਚ ਤਾਂ ਅਮਰ ਹੋਇਆ ਨਹੀਂ ਜਾ ਸਕਦਾ ਹੈ, ਮ੍ਰਿਤੂ ਤੂ ਰਹਿਤ, ਚਲੋ ਮੇਰਾ ਨਾਮ ਹੀ ਰਹਿ ਜਾਵੇ। ਅਤੇ ਲੋਕ ਨਾਮ ਅਮਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੇ ਕੋ 2 ਅੱਖਰ ਹੀ ਹਨ, ਪੱਥਰਾਂ 'ਤੇ ਲਿਖਾਉਂਦੇ ਹਨ, ਬਿਲਡਿੰਗਾਂ 'ਤੇ ਲਿਖਾਉਂਦੇ ਵੀ ਇਹੋ ਹੀ ਰਹਿ ਜਾਵੇ, ਮੈਂ ਤਾਂ ਨਹੀਂ ਰਹਿਣਾ, ਅਤੇ ਉਹ ਅਮਰ ਹੋਣ ਦੀ ਵਾਸ਼ਨਾ ਹੈ। ਬੱਚੇ ਪੈਦਾ ਕਰਨਾ ਵੀ ਆਦਮੀ ਦੀ ਅਮਰ ਹੋਣ ਦੀ ਵਾਸ਼ਨਾ ਹੈ ਵੀ ਮੈਂ ਤਾਂ ਇੰਨੇ ਰਹੂੰਗਾ, ਮੇਰੀ ਸੰਤਾਨ ਰਹੂਗੀ। ਅਤੇ ਸੰਸਾਰਿਕ ਆਦਮੀ ਦੀ ਵਾਸ਼ਨਾ ਹੈ, ਇਹ ਸੁਭਾਵਿਕ ਹੈ। ਫਿਰ ਜੋ ਧਾਰਮਿਕ ਲੋਕ ਵਾਸ਼ਨਾ ਪੈਦਾ ਕਰ ਦਿੰਦੇ ਹਨ, ਉਹ ਅਸੁਭਾਵਿਕ ਹੈ। ਉਹ ਕਹਿੰਦੇ ਹਨ ਵੀ ਤੁਸੀਂ ਅਮਰ ਨਹੀਂ ਰਹਿ ਸਕਦੇ ਸੰਸਾਰ ਵਿੱਚ, ਤੁਸੀਂ ਤਾਂ ਮਰੋਗੇ ਹੀ। ਦਿਖਦਾ ਵੀ ਹੈ, ਲੋਕ ਮਰਦੇ ਹਨ। ਸਰੀਰ ਕਰਕੇ ਅਤੇ ਆਦਮੀ ਸਰੀਰ ਹੀ ਆਪਣੇ ਆਪ ਨੂੰ ਸਮਝਦਾ ਹੈ, ਅਤੇ ਉਹ ਕਹਿੰਦੇ ਹਨ ਵੀ ਤੁਹਾਡੇ ਅੰਦਰ ਹੈ ਨਾ ਜਿਹੜਾ, ਉਹ ਅਮਰ ਹੋ ਸਕਦਾ ਹੈ। ਅਤੇ ਅੰਦਰ ਉਹਨਾਂ ਦੇ ਹੈ ਮਨ, ਤੋਂ ਮਨ ਦੇ ਤਲ 'ਤੇ ਸੋਚਦੇ ਹਨ ਵੀ ਮੈਂ ਤਾਂ ਅਮਰ ਹੋ ਹੀ ਸਕਦਾ ਹੈ ਨਾ। ਧਾਰਮਿਕ ਲੋਕ ਕਹਿੰਦੇ ਹਨ, ਗੁਰੂ ਪੀਰਾਂ ਨੇ ਕਿਹਾ ਹੈ ਵੀ ਤੂੰ ਅਮਰ ਹੋ ਸਕਦਾ, ਮ੍ਰਿਤੂ ਤੋਂ ਰਹਿਤ ਹੋ ਸਕਦਾ, ਅਤੇ ਮੈਂ ਤਾਂ ਹੋ ਹੀ ਸਕਦਾ। ਤੋ ਫਿਰ ਮੈਨੂੰ ਅਮਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਸਾਰਿਕ ਆਪਣੇ ਢੰਗ ਨਾਲ ਕੋਸ਼ਿਸ਼ ਕਰਦਾ ਹੈ, ਧਾਰਮਿਕ ਵਿਅਕਤੀ ਆਪਣੇ ਢੰਗ ਨਾਲ ਕੋਸ਼ਿਸ਼ ਕਰਦਾ ਹੈ ਵੀ ਮੈਂ ਅਮਰ ਹੋਵਾਂ, ਮੈਂ ਅਮਰ ਹੋ ਕੇ ਦਿਖਾਵਾਂ ਲੋਕਾਂ ਨੂੰ ਵੀ ਮੈਂ ਅਮਰ ਹੋ ਗਿਆ, ਮ੍ਰਿਤੂ ਤੋਂ ਰਹਿਤ ਹੋ ਗਿਆ। ਦੇਖੋ, ਉਹੋ ਹੀ ਮਨ ਜਿਹੜਾ ਸੰਸਾਰ 'ਚ ਚਾਹੁੰਦਾ ਹੈ ਦਿਖਾਉਣਾ ਵਡਿਆਈ, ਪ੍ਰਭੁਤਾ, ਉਹੋ ਹੀ ਧਾਰਮਿਕ ਜਗਤ ਦੇ ਵਿੱਚ ਫਿਰ ਜਿੰਨਾ ਚਿਰ ਅਮਰਤਾ ਦੀ ਵਾਸ਼ਨਾ ਹੈ, ਉਹਨਾਂ ਚਿਰ ਮੈਂ ਹੈ। ਜਿੰਨਾ ਚਿਰ ਮੈਂ ਹੈ, ਉਹਨਾਂ ਚਿਰ ਅੰਮ੍ਰਿਤ ਨੂੰ ਉਪਲਬਧ ਨਹੀਂ ਹੋਇਆ ਜਾ ਸਕਦਾ। ਇਸੇ ਕਾਰਨ ਹੀ ਕਿਹਾ ਹੈ ਨਾ, ਪਾਈਏ ਗੁਰ ਪ੍ਰਸਾਦ। ਪਰ ਫਿਰ ਵੀ ਮੈਂ ਕਹਿੰਦਾ ਹਾਂ ਵੀ ਗੁਰੂ ਕੁਝ ਨਹੀਂ ਕਰਦਾ ਹੈ। ਗੁਰੂ ਇੱਕ ਸਹਾਰਾ ਹੁੰਦਾ ਹੈ, ਜਿਹਦੇ ਸਹਾਰੇ ਤੁਸੀਂ ਆਪਣੀ ਮੈਂ ਨੂੰ ਛੱਡ ਸਕਦੇ ਹੋ, ਮੈਂ ਨੂੰ ਛੱਡ ਸਕਦੇ ਹੋ, ਜਾਂ ਮਨ ਨੂੰ ਛੱਡ ਸਕਦੇ ਹੋ, ਜਾਂ ਝੂਠ ਨੂੰ ਛੱਡ ਸਕਦੇ ਹੋ।
ਉਹ ਤੁਹਾਡੇ ਬੰਧਨ ਕੱਟਦਾ ਹੈ। ਪਹਿਲਾਂ ਝੂਠੇ ਜਿਹੜੇ ਸੰਸਾਰ ਦੇ ਨਾਲ ਲਾਏ ਹੋਏ ਹਨ, ਪਹਿਲਾਂ ਉਹ ਜੰਜੀਰਾਂ ਕੱਟਦਾ ਹੈ, ਪਿੰਜਰੇ 'ਚੋਂ ਆਜ਼ਾਦ ਕਰਦਾ ਹੈ। ਮੈਨੂੰ ਇੱਕ ਬਹੁਤ ਪੁਰਾਣੀ ਘਟਨਾ ਦਾ ਖਿਆਲ ਆ ਗਿਆ ਆਹ ਪਿੰਜਰੇ ਦੀ ਗੱਲ ਕਰਕੇ, ਕਿ ਅਸੀਂ ਬਾਹਰੋਂ ਆ ਰਹੇ ਸੀ ਕਿਤਿਓਂ, ਅਤੇ ਆਉਂਦੇ ਹੋਏ ਸੈਲਾ ਖੁਰਦ ਭਾਈ ਗੁਰਬਖਸ਼ ਸਿੰਘ ਜੀ ਦੇ ਘਰ ਸ਼ਾਮ ਦੇ ਵਕਤ ਰੁਕੇ, ਅਤੇ ਭੋਜਨ ਕਰਨ ਤੋਂ ਬਾਅਦ ਉਹਨਾਂ ਦਾ ਲੜਕਾ ਕਹਿਣ ਲੱਗਾ, ਆਓ ਮੈਂ ਤੁਹਾਨੂੰ ਇੱਕ ਚੀਜ਼ ਦਿਖਾਵਾਂ। ਮੈਂ ਬਹੁਤ ਹੀ ਸੁੰਦਰ ਪੰਛੀ ਲੈ ਕੇ ਆਇਆ, ਅਤੇ ਮੈਨੂੰ ਨਾਲ ਲੈ ਗਿਆ ਪਿੰਜਰੇ ਦੇ ਕੋਲ, ਅਤੇ ਮੈਂ ਦੇਖਿਆ ਬਹੁਤ ਸੁੰਦਰ ਛੋਟੀਆਂ ਛੋਟੀਆਂ ਚਿੜੀਆਂ ਰੰਗ ਬਿਰੰਗੀਆਂ, ਅਤੇ ਮੈਂ ਉਹਨਾਂ ਨੂੰ ਗੌਰ ਦੇ ਨਾਲ ਦੇਖਦਾ ਰਿਹਾ ਕਾਫੀ ਦੇਰ। ਫਿਰ ਉਹਦੇ ਵੱਲ ਦੇਖਿਆ, ਫਿਰ ਉਹਨਾਂ ਵੱਲ ਦੇਖਣ ਲੱਗ ਪਿਆ, ਤਾਂ ਉਹਨੂੰ ਲੱਗਾ ਵੀ ਇਹਨਾਂ ਨੂੰ ਚੰਗੀਆਂ ਲੱਗੀਆਂ, ਸੁੰਦਰ ਲੱਗੀਆਂ, ਤਾਂ ਉਹਨੇ ਉਸੇ ਵੇਲੇ ਕਹਿ ਦਿੱਤਾ ਵੀ ਤੁਸੀਂ ਲੈ ਜਾਓ। ਤਾਂ ਮੈਂ ਵੀ ਉਸੇ ਵੇਲੇ ਕਹਿ ਦਿੱਤਾ ਵੀ ਹੁਣੇ ਹੀ ਤੂੰ ਕਾਰ ਦੇ ਵਿੱਚ ਰੱਖ ਦੇ, ਕਿ ਮੈਨੂੰ ਉਹਨਾਂ ਵੱਲ ਵੇਖ ਕੇ ਦਇਆ ਆਈ। ਕਿੱਥੇ ਸੁਤੰਤਰ ਖੁੱਲ੍ਹੇ ਆਕਾਸ਼ 'ਚ ਉੱਡਣ ਵਾਲਾ ਪੰਛੀ ਪਿੰਜਰੇ 'ਚ